the mountains, over the plains, over the rivers, here come the trains, carrying passengers, carrying, bringing their precious load in without fear. Thousands of red cars all rushing on, through day and darkness, through dusk and dawn, over the mountains, over the plains, over the rivers, here come the train. So, okay children, I think you have definitely enjoyed the song very well. Okay, let's try to understand the full meaning of this poem. Trains, over the mountains, over the plains, over the rivers. Over यानी उस दे उत्तों दी होंदी होई, किदे उत्तों दी माउंटेन्स यानी पहाड़ां दे उत्तों दी, प्लेन्स यानी मैदानां दे उत्तों दी, रिवर्स यानी नदियां दे उत्तों दी होंदी होई. Here come the trains. लो साडियां ट्रेन्स यानी गड्डियां आ गईयां. किस तरह आईयां? कैरिंग पैसेंजर्स, यात्रियां नूं लैंदे होए, कैरिंग मेल, चिट्ठी पत्तर लैके आंदे होए, ਬ੍ਰਿੰਗਿੰਗ देयर ਪ੍ਰੈਸ਼ੀਅਸ ਲੋਡਸ, ਉਹ ਯਾਤਰੀਆਂ ਨੂੰ ਅਤੇ ਯਾਤਰੀਆਂ ਨਾਲ ਜੁੜੀਆਂ ਹੋਈਆਂ ਚਿੱਠੀਆਂ ਪੱਤਰ ਆਪਣੇ ਬਹੁਤ ਹੀ ਕੀਮਤੀ ਸਮਾਨ ਸਮਝ ਕੇ ਬਿਨਾਂ ਕਿਸੇ ਭੁੱਲ ਚੁੱਕ ਦੇ ਲੈ ਕੇ ਆਉਂਦੀਆਂ ਹਨ ਬਿਨਾਂ ਫੇਲ ਹੋਏ. ਥਾਊਜ਼ੈਂਡਸ ਆਫ ਫਰੇਟ ਕਾਰਸ, ਕਿੰਨੀਆਂ ਹੀ ਮਾਲ ਗੱਡੀਆਂ, all rushing on, ਭੱਜੀਆਂ ਹੀ ਜਾ ਰਹੀਆਂ ਹਨ, through day and darkness, ਦਿਨ ਅਤੇ ਰਾਤ, through dusk and dawn. dusk ਹੁੰਦਾ ਸ਼ਾਮ ਦਾ ਵੇਲਾ, dawn ਪ੍ਰਭਾਤ ਵੇਲਾ, ਸਵੇਰ ਦਾ ਵੇਲਾ. ਸੋ ਇਹ ਪਹਿਲੀ ਲਾਈਨ ਸੀ ਦੁਬਾਰਾ ਆ ਗਈਆਂ. over the mountains, over the plains, ਪਹਾੜਾਂ ਦੇ ਉੱਪਰੋਂ ਹੁੰਦੇ ਹੋਏ, ਮੈਦਾਨਾਂ ਉੱਪਰੋਂ ਹੁੰਦੇ ਹੋਏ, over the rivers, ਨਦੀਆਂ ਉੱਪਰੋਂ ਹੁੰਦੇ ਹੋਏ, here come the trains, ਆ ਗਈਆਂ ਸਾਡੀਆਂ ਗੱਡੀਆਂ. written by James S. Tippett. So now come to the vocabulary expansion. Trains are a very important means of land transport in India. ਭਾਰਤ ਵਿੱਚ ਗੱਡੀਆਂ ਧਰਤੀ ਤੇ ਚੱਲਣ ਵਾਲੇ ਯਾਤਾਯਾਤ ਦੇ ਸਾਧਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸਾਧਨ ਹੈ. India has a large network of trains. ਭਾਰਤ ਕੋਲ ਇੱਕ ਬਹੁਤ ਵੱਡਾ ਜਾਲ ਹੈ ਗੱਡੀਆਂ ਦਾ. ਸੋ ਇਹਦੇ 'ਚ ਅਸੀਂ ਵੋਕੈਬਲਰੀ ਐਕਸਪੈਂਡ ਕੀ ਕੀਤੀ, ਯਾਨੀ ਵੋਕੈਬਲਰੀ ਮਤਲਬ ਵਰਡ ਮੀਨਿੰਗ ਨਵੇਂ ਸਿੱਖਣੇ, ਐਕਸਪੈਂਸ਼ਨ ਮਤਲਬ ਵਧਾਣੀ. ਠੀਕ ਹੈ, ਅਸੀਂ ਕੀ ਵੋਕੈਬਲਰੀ ਐਕਸਪੈਂਡ ਕੀਤੀ. ਸੋ ਪਹਿਲਾ ਸਿੱਖਿਆ ਟ੍ਰੇਨਸ, ਦੂਜਾ ਕੀ ਸਿੱਖਿਆ ਇਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸਣਾ ਕਿ ਨਵਾਂ ਕੀ ਸਿੱਖਿਆ. ਮੀਨਸ ਮਤਲਬ ਸਾਧਨ, ट्रांसपोर्ट यानी यातायात, आवाजाही. ओके, लार्ज यानी विशाल, नेटवर्क यानी जाल. ठीक, सो आओ एक्टिविटी 2 ते चलिए. गिवन बिलो आर सम मोर मीन्स ऑफ ट्रांसपोर्ट, पुट दैम अंडर द राइट बॉक्स. हेठां कुछ होर ट्रांसपोर्ट ਦੇ ਮੀਨ ਦਿੱਤੇ ਹੋਏ ਹਨ, ਆਵਾਜਾਈ ਦੇ ਸਾਧਨ ਦਿੱਤੇ ਹੋਏ ਹਨ. ਤੁਸੀਂ ਇਹਨਾਂ ਨੂੰ ਕੀ ਕਰਨਾ, ਨੀਚੇ ਉਹਦੇ ਇੱਕ ਟੇਬਲ ਬਣਿਆ ਹੋਇਆ. ਸੋ ਲੈਂਡ, ਸਕਾਈ ਤੇ ਵਾਟਰ. ਜਿਹੜੇ ਲੈਂਡ ਤੇ ਚੱਲਦੇ ਹਨ ਉਹ ਆਪਾਂ ਲੈਂਡ ਵਾਲੇ ਪਾਸੇ ਲਿਖਦੇ ਨੇ, ਸਕਾਈ 'ਚ ਉੱਡਣ ਵਾਲੇ ਸਕਾਈ ਵਾਲੇ ਪਾਸੇ ਤੇ ਵਾਟਰ ਵਿੱਚ ਤੈਰਨ ਵਾਲੇ ਵਾਟਰ ਵਾਲੇ ਪਾਸੇ. ਸੋ ਕਾਰ ਕਿਹੜੇ ਪਾਸੇ ਚੱਲਦਾ ਹੈ, ਲੈਂਡ. ਐਰੋਪਲੇਨ ਸਕਾਈ, ਸਕੂਟਰ ਲੈਂਡ, ਹੈਲੀਕਾਪਟਰ ਸਕਾਈ, बोट वाटर, ऑटो लैंड, बस लैंड, शिप वाटर, सबमरीन यानी पनडुब्बी जिहड़ी पानी विच डुबकी लगा लैंदा है जहाज. ओके, उहनूं कहंदे ने सबमरीन. मरीन हुंदा समुंदर, सबमरीन जिहड़ी पानी विच डुबकी लगा सकदा होवे. सबमरीन वाटर विच, ट्रेन लैंड, जीप लैंड, बाइसाइकल लैंड. ओके,
ਨੈਕਸਟ ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ। ਸੋ ਕੰਪਰੀਹੈਂਡ ਹੁੰਦਾ ਹੈ ਕਿ ਸਮੁੱਚਾ ਸਮਝਣਾ, ਚੰਗੀ ਤਰ੍ਹਾਂ ਸਮਝਣਾ। ਜਿੱਦਾਂ ਕੰਪਰੀਹੈਂਸ਼ਨ ਆਉਂਦੇ ਆ ਨਾ, ਇੱਕ ਪੈਰਾ ਦਿੱਤਾ ਹੁੰਦਾ ਤੇ ਉਸ ਤੋਂ ਬਾਅਦ ਉਹ 'ਚ ਕੁਐਸਚਨ ਆਨਸਰ ਕਰਨੇ ਹੁੰਦੇ ਨੇ। ਸੋ ਇਸੇ ਤਰ੍ਹਾਂ ਹੀ ਕੰਪਰੀਹੈਂਡ ਦਾ ਮਤਲਬ ਸਮੁੱਚਾ ਭਾਵ ਸਮਝਣਾ, ਚੰਗੀ ਤਰ੍ਹਾਂ ਹਰ ਚੀਜ਼ ਨੂੰ ਸਮਝ ਲੈਣਾ। ਓਕੇ, ਸੋ ਇੱਥੇ ਅਸੀਂ ਪੜ੍ਹਨਾ ਸਿੱਖਾਂਗੇ ਤੇ ਸਾਰਾ ਉਹਦਾ ਭਾਵ ਅਰਥ ਕੀ ਹੈ ਉਹ ਸਮਝਣਾ ਸਿੱਖਾਂਗੇ। ਸੋ ਫਸਟ ਹੈ what places do the trains go to? ਕਿਹੜੀਆਂ ਜਗ੍ਹਾਵਾਂ ਹਨ ਜਿੱਥੇ ਟ੍ਰੇਨਸ ਜਾਂਦੀਆਂ ਹਨ। ਸੋ ਆਪਾਂ ਇਹ ਪੋਇਮ ਵਿੱਚੋਂ ਹੀ ਦੇਖਣਾ, ਠੀਕ ਹੈ। ਕਿੱਥੇ ਜਾਂਦੀਆਂ ਹਨ? ਮਾਊਂਟੇਨਸ ਤੇ, ਮਾਊਂਟੇਨਸ ਯਾਨੀ ਪਹਾੜਾਂ ਤੇ, ਪਲੇਨਸ ਯਾਨੀ ਜਿੱਥੇ ਪਹਾੜ ਨਹੀਂ ਹੁੰਦੇ, ਗਰਾਊਂਡ ਏਰੀਆ ਜਿੱਦਾਂ ਪੰਜਾਬ ਵਿੱਚ ਜਾਂ ਦਿੱਲੀ ਵਿੱਚ ਜਾਂ ਹੋਰ ਆਸ-ਪਾਸ ਜਿੱਥੇ ਬਹੁਤ ਜ਼ਿਆਦਾ ਮੈਦਾਨੀ ਏਰੀਆ ਹੈ, ਪਲੇਨ ਏਰੀਆ ਹੈ, ਉਹਨੂੰ ਕਹਾਂਗੇ ਧਰਾਤਲ, ਉਹਨੂੰ ਕਹਾਂਗੇ ਪਲੇਨ, ਜਿਹਨੂੰ ਧਰਾਤਲ ਵੀ ਕਿਹਾ ਜਾਂਦਾ ਹੈ। ਓਵਰ ਦਾ ਰਿਵਰਸ ਯਾਨੀ ਨਦੀਆਂ ਦੇ ਉੱਪਰੋਂ ਵੀ ਟ੍ਰੇਨਸ ਲੰਘਦੀਆਂ ਨੇ, ਠੀਕ ਹੈ। ਸੋ ਇਹਦਾ ਜਵਾਬ ਕੀ ਬਣੇਗਾ? What places do the trains go to? The trains go to over the mountains, over the plains and over the rivers. Second, what do they carry? ਉਹ ਆਪਣੇ ਨਾਲ ਕੀ ਕੈਰੀ ਕਰਕੇ ਜਾਂਦੀਆਂ? ਕੈਰੀ ਹੁੰਦਾ ਲੈ ਕੇ ਜਾਂਦੀਆਂ ਹਨ, ਠੀਕ ਹੈ। ਕੀ ਕੈਰੀ ਕਰਦੀਆਂ ਹਨ? ਅਗਲੀ ਲਾਈਨ ਦੇਖੋ, ਕੈਰਿੰਗ ਪੈਸੇਂਜਰਸ, ਕੈਰਿੰਗ ਮੇਲ, ਓਕੇ, bringing their precious loads in without fail. ਸੋ ਇੱਕ ਤਾਂ ਪੈਸੇਂਜਰਸ ਯਾਨੀ ਯਾਤਰੀ ਲੈ ਕੇ ਜਾਂਦੀਆਂ ਹਨ, ਇੱਕ ਮੇਲ ਯਾਨੀ ਚਿੱਠੀਆਂ ਵੀ ਲੈ ਕੇ ਜਾਂਦੀਆਂ ਹਨ, ਬਹੁਤ ਕੀਮਤੀ ਚੀਜ਼ਾਂ ਉਹ ਵੀ ਲੈ ਕੇ ਜਾਂਦੀਆਂ ਹਨ। ਸੋ ਜਵਾਬ ਕੀ ਹੋਏਗਾ? ਜਵਾਬ ਹੋਏਗਾ passengers and mails are the precious loads that they carry. Third question, why does the poet call passengers and mail as precious loads? ਕਵੀ ਨੇ ਯਾਤਰੀਆਂ ਅਤੇ ਚਿੱਠੀਆਂ ਪੱਤਰ ਨੂੰ ਟ੍ਰੇਨ ਦਾ ਕੀਮਤੀ ਸਮਾਨ ਕਿਉਂ ਕਿਹਾ? Because for transporting the passengers and carrying mail is the purpose alone was the trains meant. ਕਿਉਂਕਿ ਸਿਰਫ ਯਾਤਰੀਆਂ ਨੂੰ ਅਤੇ ਡਾਕ ਨੂੰ ਇੱਧਰ ਉੱਧਰ ਲੈ ਕੇ ਜਾਣ ਦੇ ਉਦੇਸ਼ ਨਾਲ ਹੀ ਟ੍ਰੇਨ ਦਾ ਨਿਰਮਾਣ ਹੋਇਆ। Where do the trains run? ਗੱਡੀਆਂ ਕਿਸ ਜਗ੍ਹਾ ਤੇ ਚੱਲਦੀਆਂ ਹਨ? ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ। Where do the trains run? The trains run over the mountains, plains and rivers. Fifth, what are freight cars? Freight cars ਕਿਹੜੀਆਂ ਹੁੰਦੀਆਂ ਨੇ? Freight cars ਉਹ ਹੁੰਦੀਆਂ ਹਨ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਮਾਲ ਗੱਡੀਆਂ, ਜਿਹਦੇ 'ਚ ਸਮਾਨ ਢੋਇਆ ਜਾਂਦਾ ਹੈ, ਠੀਕ ਹੈ। ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਉਹ ਗੱਡੀਆਂ ਦਾ ਨਾਮ ਹੁੰਦਾ ਫਰੇਟ ਕਾਰਸ। ਸੋ ਇੰਗਲਿਸ਼ 'ਚ ਕੀ ਕਹਾਂਗੇ? Freight cars are the trains for carrying freight. In other words, freight car is a vehicle used for the carrying of a cargo on a rail transport system. Activity 4. Read the following lines and answer the questions that follow. Through day and darkness, through dusk and dawn. What do the above lines refer to? ਇਹ ਦੋ ਲਾਈਨਾਂ ਵਿੱਚ ਕਿਸ ਚੀਜ਼ ਬਾਰੇ ਜ਼ਿਕਰ ਕੀਤਾ ਗਿਆ? Through day and darkness ਯਾਨੀ ਦਿਨ ਅਤੇ ਰਾਤ, through dusk and dawn, dusk ਹੁੰਦਾ ਪ੍ਰਭਾਤ ਵੇਲਾ ਤੇ dawn ਜਿਹੜਾ ਸ਼ਾਮ ਦਾ ਵੇਲਾ। ਸੋ ਉਹਦੇ ਬਾਰੇ ਜ਼ਿਕਰ ਕੀਤਾ ਗਿਆ ਕਿ ਇਹ ਦਿਨ ਅਤੇ ਰਾਤ ਜਿਹੜੀਆਂ ਟ੍ਰੇਨਸ ਹੈ ਉਹ ਭੱਜਦੀਆਂ ਰਹਿੰਦੀਆਂ ਹਨ ਬਿਨਾਂ ਰੁਕੇ। ਇਹ ਇੱਧਰ ਤੋਂ ਉੱਧਰ, ਉੱਧਰ ਤੋਂ ਇੱਧਰ ਆਉਂਦੀਆਂ ਰਹਿੰਦੀਆਂ ਹਨ, ਠੀਕ। ਸੋ what do the above lines refer to? ਸੋ ਆਪਾਂ ਦਾ ਜਵਾਬ ਲਿਖਾਂਗੇ the above lines refer to the busy schedule of the trains. What do the day and darkness and dusk and dawn in the poem tell the readers? ਪੜ੍ਹਨ ਵਾਲਿਆਂ ਨੂੰ ਯਾਨੀ ਇਸ ਕਵਿਤਾ ਦੇ ਪਾਠਕਾਂ ਨੂੰ ਡੇ ਐਂਡ ਡਾਰਕਨੈਸ, ਡਸਕ ਐਂਡ ਡਾਊਨ ਸ਼ਬਦ ਕੀ ਸਿਖਾਉਂਦੇ ਹਨ? ਸੋ ਬੱਚਿਓ ਸਾਨੂੰ ਇਹੀ ਸਿਖਾਉਂਦੇ ਹਨ ਕਿ ਜਿੱਦਾਂ ਟ੍ਰੇਨਸ ਨਹੀਂ ਰੁਕਦੀਆਂ, ਕੰਮ ਕਰਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਸਾਨੂੰ ਵੀ ਕੰਮ ਕਰਦੇ ਰਹਿਣਾ ਚਾਹੀਦਾ ਹੈ ਬਿਨਾਂ ਰੁਕੇ। ਓਕੇ, ਸੋ ਇੰਗਲਿਸ਼ ਕੀ ਕਹਾਂਗੇ? The day and darkness and dusk and dawn in the poem tell the readers that they should not give up before the destination. Destination ਕੀ ਹੁੰਦੀ ਹੈ? ਮੰਜ਼ਿਲ। ਕਿ ਸਾਨੂੰ ਮੰਜ਼ਿਲ ਤੋਂ ਪਹਿਲਾਂ ਮਿਹਨਤ ਕਰਨੀ ਨਹੀਂ ਛੱਡਣੀ ਚਾਹੀਦੀ। ਗਿਵ ਅਪ ਹੁੰਦਾ ਮਿਹਨਤ ਕਰਨੀ ਛੱਡ ਦੇਣੀ, ਓਕੇ, ਗਿਵ ਅਪ ਕਰ ਦੇਣਾ। ਸੋ ਇਹ ਵਰਡ ਸਾਨੂੰ ਕਹਿੰਦੇ ਨੇ ਸਾਨੂੰ ਗਿਵ ਅਪ ਨਹੀਂ ਕਰਨਾ ਚਾਹੀਦਾ, ਮਿਹਨਤ ਕਰਨੀ ਛੱਡਣੀ ਨਹੀਂ ਚਾਹੀਦੀ। We should not give up
बिफोर द डेस्टिनेशन। सानू डेस्टिनेशन तो पहला, मंजिल तो पहला गिव अप नहीं करना चाहिए। लर्निंग लैंग्वेज, आओ हुण भाषा नूं सिੱਖੀਏ इंग्लिश नूं। ਕੰਜੰਕਸ਼ਨਸ, ਕੰਜੰਕਸ਼ਨਸ ਹੁੰਦੇ ਨੇ ਦੋ ਵਾਕਾਂ ਨੂੰ, ਦੋ ਸ਼ਬਦਾਂ ਨੂੰ ਜੋੜਨ ਵਾਲੇ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਯੋਜਕ। ਹੁਣ ਸਾਡੇ ਕੋਲ ਕੰਜੰਕਸ਼ਨਸ ਕਿਹੜੀਆਂ ਨੇ? ਸੋ, ਬਿਕੋਜ਼, although and yet। आ जाओ नीचे एग्जांपल्स देखिए। राजन इज वेरी हैप्पी ही हैज स्टूड फर्स्ट। राजन इज वेरी हैप्पी, एक सेंटेंस हो गया कि राजन खुश है। ही हैज स्टूड फर्स्ट इन द रेस, वो रेस विच फर्स्ट आया है। हुण दोनों नूं कौन जोड़ रहा है? बिकॉज। राजन खुश है क्योंकि, बिकॉज मतलब क्योंकि। ओके, सो अगला कंजंक्शन की है? इट वाज रेनिंग, बारिश हो रही सी। आई डिड नॉट गो टू स्कूल, मैं स्कूल नहीं गया। ਹੁਣ जोड़ना किद्दां? इट वॉज रेनिंग सो आई डिड नॉट गो टू स्कूल। बारिश हो रही सी इस लई मैं स्कूल नहीं गया। सो इस लई की हो गया? कंजंक्शन। आई वेंट टू द सिनेमा, इट वॉज अ हॉलीडे, मैं सिनेमा गया, छुट्टी सी। ਹੁਣ ਇਹਨਾਂ ਨੂੰ ਜੋੜ ਕੌਣ ਰਿਹਾ? ਬਿਕੋਜ਼। आई वेंट टू द सिनेमा बिकॉज इट वॉज अ हॉलीडे, मैं सिनेमा गया क्योंकि छुट्टी सी। We use because for giving reasons and so for talking about results or purposes। सो ਅੱਜ ਆਪਾਂ ਦੋ ਇੱਥੇ ਕੀ ਸਿੱਖੇ ਕਿ ਅਸੀਂ because ਕਦੋਂ ਵਰਤਦੇ ਹਾਂ? ਕਿਉਂਕਿ ਜਦੋਂ ਆਪਾਂ ਰੀਜ਼ਨ ਦੇਣਾ ਹੋਵੇ ਵੀ ਇਹ ਮੈਂ ਇਸ ਤਰ੍ਹਾਂ ਕੀਤਾ ਤੇ ਕਿਉਂ ਕੀਤਾ। ਐਂਡ ਸੋ ਕਦੋਂ ਵਰਤਦੇ ਹਾਂ? ਜਦੋਂ ਕਿਸੇ ਕੰਮ ਦਾ ਕੋਈ ਰਿਜ਼ਲਟ ਦੱਸਣਾ ਹੋਵੇ, ਕੋਈ ਉਦੇਸ਼ ਦੱਸਣਾ ਹੋਵੇ ਕਿ ਇਸ ਦਾ ਇਹ ਉਦੇਸ਼ ਹੈ, ਕਿ ਮੇਰੇ ਸਕੂਲ ਨਾ ਜਾਣ ਦਾ ਇਹ ਉਦੇਸ਼ ਹੈ ਕਿਉਂਕਿ ਟ੍ਰੇਨਿੰਗ ਹੋ ਰਹੀ ਸੀ। ਠੀਕ ਹੈ, ਹਾਂਜੀ। ਸੋ ਆ ਜਾਓ ਆਪਾਂ ਹੁਣ ਅੱਗੇ ਐਕਸਰਸਾਈਜ਼ ਕਰੀਏ। ਮਾਈ ਡੌਗ ਵਾਜ਼ ਹੰਗਰੀ, ਇਟ ਸਟੋਲ ਬਿਸਕਿਟਸ ਫਰੋਮ ਦ ਸ਼ੈਲਫ। ਮਾਈ ਡੌਗ ਵਾਜ਼ ਹੰਗਰੀ ਸੋ ਇਟ ਸਟੋਲ, ਮੇਰਾ ਕੁੱਤਾ ਭੁੱਖਾ ਸੀ ਇਸ ਕਰਕੇ ਉਸਨੇ ਸ਼ੈਲਫ ਤੋਂ ਬਿਸਕਿਟ ਚੁਰਾ ਲਏ। ਓਕੇ, ਸੈਕਿੰਡ, ਆਈ ਐਮ ਫੀਲਿੰਗ ਸਲੀਪੀ, ਮੈਨੂੰ ਨੀਂਦ ਆ ਰਹੀ ਹੈ। ਡੈਸ਼, ਆਈ ਐਮ ਵੈਰੀ ਟਾਇਰਡ, ਕਿਉਂ ਆ ਰਹੀ ਹੈ? ਕਿਉਂਕਿ ਮੈਂ ਬਹੁਤ ਥੱਕਿਆ ਹੋਇਆ। ਤੇ ਕਿਉਂਕਿ ਦੀ ਕੀ ਇੰਗਲਿਸ਼ ਹੈ? ਬਿਕੋਜ਼। ਚਲੋ ਠੀਕ ਹੈ, ਹੁਣ ਤੁਸੀਂ ਆਪਣੇ ਆਪ ਕਰਨੇ ਨੇ। ਮੈਂ ਤੁਹਾਨੂੰ ਟਾਈਮ ਦਾਂਗਾ ਵਿੱਚ ਤੇ ਤੁਸੀਂ ਉਹਨੂੰ ਫਿਲ ਕਰਨਾ। ਮੈਂ ਬਾਅਦ ਚ ਬੋਲਿਆ ਕਰਾਂਗਾ, ਤੁਸੀਂ ਪਹਿਲਾਂ ਬੋਲਣਾ। ਥਰਡ ਹੈ ਬਬਲੀ ਬੋਟ ਨਿਊ ਕਲੋਥਸ, ਬਬਲੀ ਨੇ ਨਵੇਂ ਕੱਪੜੇ ਖਰੀਦੇ। ਸ਼ੀ ਵਾਂਟਡ ਟੂ ਵੀਅਰ them ਔਨ ਦੀਵਾਲੀ, ਉਹ ਉਸ ਨੂੰ ਦੀਵਾਲੀ ਤੇ ਪਹਿਨਣਾ ਚਾਹੁੰਦੀ ਸੀ। ਬਿਕੋਜ਼, ਕਿਉਂਕਿ ਉਹ ਦੀਵਾਲੀ ਤੇ ਪਹਿਨਣਾ ਚਾਹੁੰਦੀ ਸੀ। ਇਟ ਵਾਜ਼ ਰੇਨਿੰਗ, ਬਾਰਿਸ਼ ਹੋ ਰਹੀ ਸੀ। ਮਾਈ ਬੁੱਕਸ ਗੋਟ ਵੈਟ, ਮੇਰੀਆਂ ਕਿਤਾਬਾਂ ਗਿੱਲੀਆਂ ਹੋ ਗਈਆਂ। ਇਸ ਲਈ ਮੇਰੀਆਂ ਕਿਤਾਬਾਂ ਗਿੱਲੀਆਂ ਹੋ ਗਈਆਂ। ਕੀ ਆਏਗਾ? ਸੋ। ਹੀ ਡਿਡ ਨੋਟ ਸਟੱਡੀ ਹਾਰਡ, ਉਸਨੇ ਸਖਤ ਮਿਹਨਤ ਨਹੀਂ ਕੀਤੀ। ਹੀ ਫੇਲਡ ਦਾ ਟੈਸਟ, ਉਹ ਟੈਸਟ ਵਿੱਚੋਂ ਫੇਲ ਹੋ ਗਿਆ। ਕੀ ਆਏਗਾ? ਸੋ, ਇਸ ਕਰਕੇ ਉਹ ਟੈਸਟ ਵਿੱਚੋਂ ਫੇਲ ਹੋ ਗਿਆ। ਆਈ ਆਸਕਡ ਫॉर ਡਾਇਰੈਕਸ਼ਨਸ, ਮੈਂ ਦਿਸ਼ਾ ਨਿਰਦੇਸ਼ਾਂ ਲਈ ਪੁੱਛਿਆ। ਡੈਸ਼, ਆਈ ਵਾਜ਼ ਲੋਸਟ, ਮੈਂ ਗੁੰਮ ਗਿਆ ਸੀ ਕਿਉਂਕਿ, ਹੈ ਨਾ, ਬਿਕੋਜ਼। ਆਈ ਡਿਡ ਨੋਟ ਕਲੀਨ ਦਾ ਰੂਮ, ਮੈਂ ਰੂਮ ਸਾਫ਼ ਨਹੀਂ ਕੀਤਾ। ਡੈਸ਼, ਇਟ ਬਿਕੇਮ ਡਰਟੀ, ਸੋ ਇਟ ਬਿਕੇਮ ਡਰਟੀ, ਹੈ ਨਾ, ਤਾਂ ਇਹ ਗੰਦਾ ਹੋ ਗਿਆ। ਆਈ ਮੈਟ ਵਿਦ ਐਨ ਐਕਸੀਡੈਂਟ, ਆਈ ਵਾਜ਼ ਡਰਾਈਵਿੰਗ ਫਾਸਟ ਬਿਕੋਜ਼, ਹੈ ਨਾ, ਕਿਉਂਕਿ ਮੈਂ ਡਰਾਈਵਿੰਗ ਫਾਸਟ ਕਰ ਰਿਹਾ ਸੀ। ਦੀਪਾ ਵੈਂਟ ਟੂ ਦ ਡਾਕਟਰ, ਦੀਪਾ ਡਾਕਟਰ ਕੋਲ ਗਈ। she was feeling sick because she was feeling sick, ਕਿਉਂਕਿ ਉਹ sick feel ਕਰ ਰਹੀ ਸੀ। ਮੋਹਨ did not help ਸੋਹਨ, ਮੋਹਨ ਨੇ ਸੋਹਨ ਦੀ ਹੈਲਪ ਨਹੀਂ ਕੀਤੀ। because he was not well, ਕਿਉਂਕਿ ਉਹ ਠੀਕ ਨਹੀਂ ਸੀ। Activity 6, combine the sentences given below using although and yet। so although ਦਾ ਮਤਲਬ ਹੁੰਦਾ ਭਾਵੇਂ, yet ਦਾ ਮਤਲਬ ਫਿਰ ਵੀ। Write them in your notebook, इन्हों अपनी notebook से लिखो। Here are a few examples, read them before you do the activity। So first है Rajan did not win the race, Rajan was happy। Rajan रेस नहीं जितया, Rajan खुश ਸੀ। ਹੁਣ ਦੋਨਾਂ ਨੂੰ ਜੋੜਨਾ ਹੋਵੇ ਤਾਂ ਪੰਜਾਬੀ 'ਚ ਹੀ ਜੋੜਨਾ ਹੋਵੇ ਤਾਂ ਕਿੱਦਾਂ ਕਹਾਂਗੇ? ਭਾਵੇਂ ਰਾਜਨ ਰੇਸ ਨਹੀਂ ਜਿੱਤਿਆ ਫਿਰ ਵੀ ਰਾਜਨ ਖੁਸ਼ ਸੀ। ਸੋ ਕਿੱਦਾਂ ਆਏਗਾ? although Rajan did not win the race yet he was happy। second, it was raining, I went to school। ਭਾਵੇਂ ਬਾਰਿਸ਼ ਹੋ ਰਹੀ ਸੀ ਫਿਰ ਵੀ ਮੈਂ ਸਕੂਲ ਗਿਆ। although it was raining yet I went to school। okay। third ਹੈ it was a holiday, ਅੱਜ ਛੁੱਟੀ ਸੀ। I did not go to the cinema, ਮੈਂ ਸਿਨੇਮਾ ਨਹੀਂ ਗਿਆ। ਭਾਵੇਂ ਕਹਿੰਦਾ ਛੁੱਟੀ ਸੀ ਫਿਰ ਵੀ ਮੈਂ ਸਿਨੇਮਾ ਨਹੀਂ ਗਿਆ।
Although it was a holiday, yet I did not go to the cinema. Okay, we use although and yet in the same sentences for unexpected or different information. Unexpected ਹੁੰਦਾ ਜਿਹੜੇ ਅਸੀਂ ਕੋਈ ਕਲਪਨਾ ਨਹੀਂ ਕਰਦੇ, ਉਮੀਦ ਨਹੀਂ ਕਰਦੇ। ਇਹੋ ਜਿਹੀ ਇਨਫੋਰਮੇਸ਼ਨ ਜਦੋਂ ਅਸੀਂ ਕਿਸੇ ਨੂੰ ਸ਼ੇਅਰ ਕਰਨੀ ਹੁੰਦੀ ਹੈ ਕਿ ਭਾਵੇਂ ਆ ਸੀ ਫਿਰ ਵੀ ਦੇਖ ਲਾ ਮੈਂ ਨਹੀਂ ਕੀਤਾ। ਓਕੇ, ਸੋ ਇਹ ਕੀ ਸੀ? ਅਨਐਕਸਪੈਕਟਡ ਜੀ ਗੱਲ ਕਿ ਮੈਂ ਕਰ ਸਕਦਾ ਸੀ ਪਰ ਮੈਂ ਕੀਤਾ ਨਹੀਂ। ਓਕੇ, ਸੋ ਕੋਈ ਆਪਾਂ ਅਲੱਗ ਜੀ ਗੱਲ ਕਰਨੀ ਹੋਵੇ, ਡਿਫਰੈਂਟ ਜੀ ਗੱਲ ਕਰਨੀ ਹੋਵੇ, ਅਨਐਕਸਪੈਕਟਡ ਜੀ ਗੱਲ ਕਰਨੀ ਹੋਵੇ, ਇਸ ਤਰੀਕੇ ਨਾਲ ਆਪਾਂ ਆਲਦੋ ਤੇ ਯੈਟ ਵਰਤ ਕੇ ਕਰ ਸਕਦੇ ਹਾਂ। ਆ ਜਾਓ ਹੁਣ ਐਗਜ਼ਾਮਪਲ ਕਰੀਏ। ਮੈਂ ਇਹਨੂੰ ਫਟਾਫਟ ਸੋਲਵ ਕਰ ਦਾਂਗਾ ਕਿਉਂਕਿ ਵੀਡੀਓ ਨਹੀਂ ਤਾਂ ਫਿਰ ਲੰਬੀ ਹੋ ਜਾਏਗੀ। ਮਾਈ ਡੌਗ ਵਾਜ਼ ਹੰਗਰੀ, ਇਟ ਡਿਡ ਨੋਟ ਈਟ ਬਿਸਕਿਟਸ। Although my dog was hungry, yet it did not eat biscuits. He is very sleepy. Although he is very sleepy, yet he is watching a movie. Simple है ना? Although Bubbly wanted to wear new clothes on Diwali, yet she did not buy them. Although it was raining, yet I didn't take an umbrella. Although he did not study hard, yet he passed the test. Although I was lost, yet I did not ask for direction. Although my room was dirty, yet I did not clean the room. यानी मेरा चाहे रूम गंदा सी पर फिर भी मैं ਇਹਨੂੰ ਸਾਫ਼ ਨਹੀਂ ਕੀਤਾ। Although I was ill, ਭਾਵੇਂ ਮੈਂ ਬਿਮਾਰ ਸੀ, yet I did not go to the doctor, ਫਿਰ ਵੀ ਮੈਂ ਡਾਕਟਰ ਕੋਲ ਨਹੀਂ ਗਿਆ। Although Mohan and Sohan were friends, ਭਾਵੇਂ ਮੋਹਨ ਅਤੇ ਸੋਹਨ ਫਰੈਂਡ ਸਨ, yet Mohan did not help Sohan, ਫਿਰ ਵੀ ਮੋਹਨ ਨੇ ਸੋਹਨ ਦੀ ਹੈਲਪ ਨਹੀਂ ਕੀਤੀ। Although I went to the market, yet I did not buy anything, ਮੈਂ ਕੋਈ ਵੀ ਚੀਜ਼ ਨਹੀਂ ਖਰੀਦੀ। ਓਕੇ ਜੀ, ਸੋ ਅੱਗੇ ਵੀ ਇੱਕ ਐਕਟੀਵਿਟੀ ਹੈ, ਇਹਨੂੰ ਤੁਸੀਂ ਪੜ੍ਹਨਾ ਹੈ। ਮੈਂ ਤੁਹਾਨੂੰ ਉੱਦਾਂ ਪੜ੍ਹ ਕੇ ਸੁਣਾ ਦਿੰਦਾ ਹਾਂ। white sheep on a blue hill, when the wind stops you all stand still, when the wind blows you walk way slow, white sheep where do you go? So white sheep यानी clouds लिखा गया। ओके, एक्टिविटी 8 ਇਹਨੂੰ ਆਪਾਂ ਬੋਲਣਾ ਸਿੱਖਣਾ। ਮੇਲ, ਫੇਲ, dawn, lawn, planes, train. Okay, activity 9, pair work. So do you like to travel by train, ship, plane? So ਇਹ ਤੁਸੀਂ ਆਪਸ ਵਿੱਚ ਡਿਸਕਸ ਕਰਨੇ ਆ ਕਿ ਤੁਸੀਂ ਕਿਹੜੇ ਆਵਾਜਾਈ ਦੇ ਸਾਧਨ ਤੇ ਜਾਣਾ ਪਸੰਦ ਕਰਦੇ ਹੋ। ਜਿਵੇਂ ਤੁਸੀਂ ਟ੍ਰੇਨ ਤੇ ਜਾਣਾ ਪਸੰਦ ਕਰਦੇ ਹੋ, ਤੁਸੀਂ ਕਹਿ ਸਕਦੇ ਹੋ ਯੈਸ ਆਈ ਲਵ ਟੂ ਟਰੈਵਲ ਜਾਂ ਆਈ ਲਾਈਕ ਟੂ ਟਰੈਵਲ ਬਾਈ ਟ੍ਰੇਨ, ਇਟ ਗਿਵਸ ਮੀ ਇਮੈਂਸ ਪਲੇਜ਼ਰ, it gives me good feelings, I enjoy a lot there. Okay, so simple English ਤੁਸੀਂ ਜਿਹੜਾ ਹੈ ਇਹਨੂੰ describe ਕਰ ਸਕਦੇ ਹੋ। How would you like to travel if you have to go from Punjab to Mumbai? Why? ਜੇ ਪੰਜਾਬ ਤੋਂ ਮੁੰਬਈ ਜਾਣਾ ਹੋਵੇ ਤਾਂ ਕਿੱਦਾਂ ਟਰੈਵਲ ਕਰੋਗੇ? Okay, so ਤੁਸੀਂ ਇੱਥੇ ਕਹਿ ਸਕਦੇ ਹੋ if I have to go from Punjab to Mumbai, I'll prefer, ਮੈਂ prefer ਕਰਾਂਗਾ, I'll prefer to go there by train or by aeroplane, because ਹੁਣ ਕਿਉਂ ਇਹ ਵੀ ਨਾਲ ਦੱਸਣਾ, because it is too far, TOO ਹੈ ਨਾ, too far from Punjab, so this will be the right means of transport to go. If you decide to go by train, what would you like to take with you? ਜੇ ਤੁਸੀਂ ਟ੍ਰੇਨ ਤੇ ਜਾਣ ਦਾ ਫੈਸਲਾ ਕੀਤਾ ਤਾਂ ਆਪਣੇ ਨਾਲ ਕੀ ਲੈ ਕੇ ਜਾਣਾ ਪਸੰਦ ਕਰੋਗੇ? ਅੱਛਾ, ਕੁਝ ਵੀ ਲੈ ਸਕਦੇ ਹੋ। ਠੀਕ ਹੈ, ਤੁਸੀਂ ਇੱਥੇ ਕਹਿ ਸਕਦੇ ਹੋ ਵੈਲ ਆਈਲ like to take all the necessary things like eatables यानी खान दियाँ चीज़ां, my luggage, ठीक है, मोबाइल फ़ोन, a book, कुछ भी नाल तुसी कह सकते हो। ठीक है, to read है ना, a book to read। ओके जी, एक्टिविटी 10 पैराग्राफ राइटिंग। सो एक तुसी पैराग्राफ लिखना है, 100 वर्ड्स होवे, सामने की जा रहा है अ जर्नी बाय बस। कोई भी अपनी बस की जर्नी तुसी इत्थे लिख सकते हो, अपनी नोटबुक ते तुसी उतारन की कोशिश करनी है, तो जे हो सके तो वो उतार के अपने टीचर के नाल शेयर करनी है। सो योर टीचर विल फील वेरी गुड फॉर यू इफ़ यू डू दिस वर्क योरसेल्फ। ओके, सो होप यू लाइक दिस वीडियो वेरी मच। सो लेट्स स्टडी वेल ड्यूरिंग द लॉकडाउन पीरियड।
ਅੱਜ ਦਾ ਸਾਡਾ ਟੌਪਿਕ ਹੋਏਗਾ ਅ ਜਰਨੀ ਬਾਏ ਬੱਸ ਪੈਰਾਗ੍ਰਾਫ। ਬੱਸ ਦੀ ਯਾਤਰਾ, ਇਹਦੇ ਉੱਤੇ ਆਪਾਂ ਇੱਕ ਪੈਰਾ ਲਿਖਾਂਗੇ। ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਇਸ ਪੈਰੇ ਨੂੰ ਬੱਚਿਆਂ ਦੇ ਹਿਸਾਬ ਨਾਲ ਹੀ ਬਣਾ ਸਕਾਂ, ਪਰ ਫਿਰ ਵੀ ਜੇ ਤੁਹਾਨੂੰ ਕਿਤੇ ਕੋਈ ਲਾਈਨ, ਕਿਤੇ ਕੋਈ ਵਰਡ ਔਖਾ ਲੱਗਦਾ, ਉਹਨੂੰ ਤੁਸੀਂ ਆਪਣੇ ਹਿਸਾਬ ਨਾਲ ਚੇਂਜ ਕਰ ਸਕਦੇ ਹੋ। ਓਕੇ, ਮੈਂ ਵੀ ਇਹਦੇ 'ਚ ਤੁਹਾਡੀ ਪੂਰੀ ਹੈਲਪ ਕਰਾਂਗਾ। ਓਕੇ, ਲੈਟਸ ਸਟਾਰਟ। ਅ ਬੱਸ ਜਰਨੀ ਗਿਵਸ ਸਪੈਸ਼ਲ ਡਿਲਾਈਟ। ਬੱਸ ਦੀ ਯਾਤਰਾ ਇੱਕ ਖਾਸ ਕਿਸਮ ਦੀ ਖੁਸ਼ੀ ਦਿੰਦੀ ਹੈ। ਓਕੇ, ਡਿਲਾਈਟ ਹੁੰਦਾ ਬਹੁਤ ਜ਼ਿਆਦਾ ਖੁਸ਼ੀ। ਇਟ ਇਜ਼ ਐਜੂਕੇਟਿਵ ਟੂ। ਇਹ ਐਜੂਕੇਟਿਵ ਵੀ ਹੁੰਦੀ ਹੈ, ਇਸ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਇਟ ਗਿਵਸ ਅਸ ਵਾਈਡ ਐਕਸਪੀਰੀਅੰਸ। ਇਹ ਬਹੁਤ ਵੱਡਾ ਐਕਸਪੀਰੀਅੰਸ ਦਿੰਦੀ ਹੈ। ਕਿਸ ਤਰ੍ਹਾਂ? ਕਈ ਬੰਦੇ ਸਾਨੂੰ ਮਿਲਦੇ ਨੇ, ਸਾਡੀ ਸੁਸਾਇਟੀ ਤੋਂ ਕਈ ਤਰ੍ਹਾਂ ਦੇ ਲੋਕ ਉੱਥੇ ਆ ਕੇ ਸਫ਼ਰ ਕਰਦੇ ਨੇ, ਤੇ ਹੋਰ ਕਈ ਐਲੀਮੈਂਟਸ ਹੁੰਦੇ ਨੇ ਜਿਹੜੇ ਸਾਡੇ ਉੱਤੇ ਪ੍ਰਭਾਵ ਪਾਉਂਦੇ ਨੇ। ਇਸ ਤਰ੍ਹਾਂ ਇਹ ਸਾਨੂੰ ਬਹੁਤ ਵੱਡਾ ਐਕਸਪੀਰੀਅੰਸ ਦਿੰਦੀ ਹੈ। ਆਈ ਵੈਂਟ ਟੂ ਆਗਰਾ ਬਾਏ ਬੱਸ ਲਾਸਟ ਵੀਕ। ਪਿਛਲੇ ਹਫਤੇ ਮੈਂ ਆਗਰਾ ਗਿਆ ਸੀ ਬੱਸ ਵਿੱਚ। ਇਟ ਵਾਜ਼ ਫੁਲੀ ਕਰਾਊਡਡ। ਇਹ ਬੱਸ ਪੂਰੀ ਖਚਾ ਖਚ ਭਰੀ ਹੋਈ ਸੀ। ਆਈ ਗੋਟ ਅ ਨਾਈਸ ਵਿੰਡੋ ਸੀਟ। ਮੈਨੂੰ ਬਹੁਤ ਅੱਛੀ ਵਿੰਡੋ ਸੀਟ ਮਿਲ ਗਈ। ਸੋ ਆਈ ਕੁਡ ਇੰਜੋਏ ਦ ਸੀਨਿਕ ਬਿਊਟੀ ਆਊਟਸਾਈਡ, ਜਿਹਦੇ ਕਰਕੇ ਮੈਂ ਬਾਹਰ ਦੇ ਦ੍ਰਿਸ਼ਾਂ ਦੀ ਖੂਬਸੂਰਤੀ ਇੰਜੋਏ ਕਰ ਸਕਿਆ। ਠੀਕ, ਹੁਣ ਕੁਝ ਬੱਸ ਦੇ ਅੰਦਰ ਦੀ ਗੱਲ ਕਰ ਦਿੰਦੇ ਆ। ਅ ਬਲਾਈਂਡ ਮੈਨ ਵਾਜ਼ ਬੈਗਿੰਗ। ਇੱਕ ਅੰਨਾ ਵਿਅਕਤੀ ਭੀਖ ਮੰਗ ਰਿਹਾ ਸੀ। ਸਮ ਸਿਟਿੰਗ ਪੈਸੇਂਜਰਸ ਵਰ ਡੋਜ਼ਿੰਗ। ਕੁਝ ਬੈਠੇ ਹੋਏ ਯਾਤਰੀ ਊਂਘ ਰਹੇ ਸਨ, ਯਾਨੀ ਉਹਨਾਂ ਨੂੰ ਨੀਂਦ ਆ ਰਹੀ ਸੀ। ਦ ਸਟੈਂਡਿੰਗ ਪੈਸੇਂਜਰਸ ਵਰ ਕੰਪਲੇਨਿੰਗ ਟੂ ਦ ਕੰਡਕਟਰ। ਖੜੇ ਹੋਏ ਯਾਤਰੀ ਕੰਡਕਟਰ ਨੂੰ ਸ਼ਿਕਾਇਤ ਕਰ ਰਹੇ ਸਨ। ਸਮ ਆਫ them calling with the conductor over the fare। ਉਹਨਾਂ ਵਿੱਚੋਂ ਕੁਝ ਕੰਡਕਟਰ ਨਾਲ ਕਿਰਾਏ ਲਈ ਵੀ ਲੜਾਈ ਕਰ ਰਹੇ ਸਨ। Some passengers were getting off and some were getting in at each stop। ਹਰ ਸਟਾਪ ਤੇ ਕੁਝ ਪੈਸੇਂਜਰਸ ਚੜ ਰਹੇ ਸਨ, ਕੁਝ ਉਤਰ ਰਹੇ ਸਨ। After 7 hours I reached Agra bus stand। 7 ਘੰਟੇ ਬਾਅਦ ਮੈਂ ਆਗਰਾ ਬੱਸ ਸਟੈਂਡ ਪਹੁੰਚ ਗਿਆ। ਇਟ ਵਾਜ਼ ਅ ਨਾਈਸ ਜਰਨੀ। ਇਹ ਇੱਕ ਬਹੁਤ ਵਧੀਆ ਜਰਨੀ ਸੀ, ਯਾਤਰਾ ਸੀ। ਸੋ ਇਹ ਸੀ ਇੱਕ ਬਹੁਤ ਛੋਟਾ ਜਿਹਾ ਪੈਰਾਗ੍ਰਾਫ ਜਿਹਨੂੰ ਕਿ ਤੁਸੀਂ ਬੜੇ ਆਰਾਮ ਨਾਲ ਯਾਦ ਕਰ ਸਕਦੇ ਹੋ। ਸੋ ਇਹ ਵੀਡੀਓ ਨੂੰ ਮੈਂ ਜ਼ਿਆਦਾ ਲੰਬੀ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਥੈਂਕ ਯੂ ਵੈਰੀ ਮਚ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।